Good morning, dear students. Today we are going to start our new topic. Topic name Society, Economy, and Religion in North India. Means ਉੱਤਰੀ ਭਾਰਤ ਵਿੱਚ ਸਮਾਜ ਧਰਮ ਅਤੇ ਆਰਥਿਕ ਵਿਵਸਥਾ ਕਿੱਦਾਂ ਦੀ ਸੀਗੀ ਇਹਦੇ ਬਾਰੇ ਆਪਾਂ ਬੇਟਾ ਰੀਡ ਕਰਾਂਗੇ ਇਸ ਵੀਡੀਓ ਲੈਕਚਰ ਦੇ ਵਿੱਚ। ਓਕੇ ਸਟੂਡੈਂਟਸ, ਸੋ ਬੇਟਾ ਇਸ ਤੋਂ ਪਹਿਲਾਂ ਆਪਾਂ ਇਸ ਤੋਂ ਪਹਿਲੇ ਵੀਡੀਓ ਦੇ ਵਿੱਚ ਪ੍ਰੀਵੀਅਸ ਵੀਡੀਓ ਦੇ ਵਿੱਚ ਆਪਾਂ ਡਾਇਨੈਸਟੀਜ਼ ਬਾਰੇ ਰੀਡ ਕੀਤਾ ਕਿ ਪਹਿਲਾਂ ਆਪਾਂ ਪੜ੍ਹਿਆ ਗੁਜਰਾਤ ਪ੍ਰਤਿਹਾਰ ਵੰਸ਼, ਪਾਲਿਆ ਵੰਸ਼ ਐਂਡ ਰਾਸ਼ਟਰਕੂਟਾ ਡਾਇਨੈਸਟੀ। ਇਹਨਾਂ ਨੇ ਕੀ ਆ ਰੂਲ ਕੀਤਾ ਸਾਰੇ ਮਤਲਬ ਕਿ ਨਾਰਥ ਵਾਲੀ ਸਾਈਡ, ਠੀਕ ਹੈ। ਔਰ ਹੁਣ ਬੇਟਾ ਇਹਨਾਂ ਦੇ ਸਮੇਂ ਜੋ ਇਹਨਾਂ ਦੇ ਟਾਈਮ ਪੀਰੀਅਡ ਦੇ ਵਿੱਚ ਸੁਸਾਇਟੀ ਕਿੱਦਾਂ ਦੀ ਸੀਗੀ ਐਂਡ ਰਿਲੀਜਨ ਕਿੱਦਾਂ ਦਾ ਸੀਗਾ ਐਂਡ ਇਕਨੋਮੀ ਕਿੱਦਾਂ ਦੀ ਸੀਗੀ ਆਪਾਂ ਰੀਡ ਕਰਨਾ। ਓਕੇ ਸਟੂਡੈਂਟਸ, ਕਿਉਂਕਿ ਬੇਟਾ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਦੇਖੋ ਜੇਕਰ ਆਪਾਂ ਕਿਸੇ ਰਾਜੇ ਦੇ ਸਕਸੈਸਫੁਲ ਹੋਣ 'ਚ ਜਾਂ ਅਨਸਕਸੈਸਫੁਲ ਹੋਣ ਬਾਰੇ ਪਤਾ ਕਰਨਾ ਹੋਵੇ ਤਾਂ ਉਹਦੇ ਆਪਾਂ ਸੁਸਾਇਟੀ ਬਾਰੇ ਪੜ੍ਹਦੇ ਉਸ ਟਾਈਮ ਪੀਰੀਅਡ ਦੀ, ਠੀਕ ਹੈ, ਐਂਡ ਰਿਲੀਜੀਅਸ ਬਾਰੇ ਪੜ੍ਹਦੇ ਹਾਂ ਐਂਡ ਇਕਨੋਮੀ ਬਾਰੇ ਪੜ੍ਹਦੇ। ਜੇਕਰ ਵਧੀਆ ਤਾਂ ਆਪਾਂ ਨੂੰ ਪਤਾ ਲੱਗਦਾ ਵੀ ਜੋ ਰਾਜੇ ਦਾ ਐਡਮਿਨਿਸਟ੍ਰੇਸ਼ਨ ਸੀਗਾ ਵਧੀਆ ਸੀਗਾ ਐਂਡ ਉਹਦੇ ਸਮਾਜ ਵਿੱਚ ਕੀ ਆ ਲੋਕ ਖੁਸ਼ ਸੀਗੇ, ਠੀਕ ਹੈ। ਸੋ ਆਪਾਂ ਰੀਡ ਕਰਨ ਲੱਗੇ ਹਾਂ ਬੇਟਾ ਸੁਸਾਇਟੀ ਬਾਰੇ ਰੀਡ ਕਰਾਂਗੇ ਪਹਿਲਾਂ। The caste system had become very rigid in the medieval period। ਦੇਖੋ ਬੇਟਾ ਆਪਾਂ ਨੂੰ ਸਭ ਨੂੰ ਪਤਾ ਕਿ ਪਹਿਲਾਂ ਆਪਾਂ ਦੇਖਿਆ ਕਿ ਪ੍ਰੀਵੀਅਸ ਜੋ ਆਪਣੀ ਕਲਾਸ ਸੀਗੀ ਉਹਦੇ ਵਿੱਚ ਆਪਾਂ ਰੀਡ ਕੀਤਾ ਕਿ ਜਿਹੜਾ ਸੁਸਾਇਟੀ ਸੀਗੀ ਉਹ 4 ਵਰਨ ਦੇ ਵਿੱਚ ਕੀ ਆ ਡਿਵਾਈਡ ਸੀਗੀ ਸਟੂਡੈਂਟ, ਠੀਕ ਹੈ ਬੇਟਾ। 4 ਵਰਨ ਦੇ ਵਿੱਚ ਕੀ ਆ ਡਿਵਾਈਡ ਸੀਗੀ ਐਂਡ ਮੈਡੀਵਲ ਪੀਰੀਅਡ ਦੇ ਵਿੱਚ ਕੀ ਹੋਇਆ ਕਿ ਸਮਾਜ ਉਸੇ ਤਰ੍ਹਾਂ 4 ਕਾਸਟਸ ਦੇ ਵਿੱਚ ਕੀ ਆ ਡਿਵਾਈਡ ਹੋ ਗਿਆ। ਓਕੇ ਸਟੂਡੈਂਟਸ, ਐਂਡ ਇਸ ਪੀਰੀਅਡ ਦੇ ਵਿੱਚ ਕੀ ਸੀਗੀ ਕਾਸਟ ਸਿਸਟਮ ਬਹੁਤ ਕਠੋਰ ਸੀਗਾ। ਮੀਨਸ ਕਿ ਲੋਕ ਜਿਹੜੇ ਸੀਗੇ ਪੀਪਲਸ ਕੀ ਸੀਗੇ ਜਾਤਾਂ ਪਾਤਾਂ ਦੇ ਵਿੱਚ ਵੰਡੇ ਹੋਏ ਸੀਗੇ। ਸੁਸਾਇਟੀ ਵਾਜ਼ ਡਿਵਾਈਡ ਇਨਟੂ 4 ਕਾਸਟ। ਸੁਸਾਇਟੀ 4 ਕਾਸਟ ਦੇ ਵਿੱਚ ਕੀ ਆ ਡਿਵਾਈਡ ਸੀਗੀ ਬੇਟਾ, ਬ੍ਰਾਹਮਣ, ਕਸ਼ਤਰੀਆ, ਵੈਸ਼ਿਆ ਐਂਡ ਸ਼ੂਦਰਸ। ਮੀਨਸ ਕਿ ਕਿਹੜੀਆਂ ਕਿਹੜੀਆਂ ਕਾਸਟਾਂ ਸੀਗੀਆਂ, ਬ੍ਰਾਹਮਣ ਸੀਗੇ ਬੇਟਾ ਐਂਡ ਕਸ਼ਤਰੀਆ, ਵੈਸ਼ਿਆ ਐਂਡ ਸ਼ੂਦਰਾ। ਬਟ ਫਰਦਰ ਆਲਸੋ ਡਿਵਾਈਡ ਇਨਟੂ ਮੈਨੀ ਸਬ ਕਾਸਟ। ਇਸ ਤੋਂ ਬਿਨਾਂ ਅੱਗੇ ਬੇਟਾ ਇਹਨਾਂ ਨੂੰ ਸਬ ਕਾਸਟਾਂ ਵਿੱਚ ਡਿਵਾਈਡ ਕੀਤਾ ਹੋਇਆ ਸੀ। ਬ੍ਰਾਹਮਣ ਜਿੱਦਾਂ ਫੋਰ ਐਗਜ਼ਾਮਪਲ ਦੇਖੋ ਬੇਟਾ ਬ੍ਰਾਹਮਣਸ ਦੇ ਵਿੱਚ ਹੀ ਕਈ ਬਹੁਤ ਸਾਰੀਆਂ ਜਾਤਾਂ ਹੈਗੀਆਂ ਐਂਡ ਉਸੇ ਤਰ੍ਹਾਂ ਸ਼ੂਦਰਸ ਦੇ ਵਿੱਚ ਵੀ ਬਹੁਤ ਸਾਰੀਆਂ ਸਬ ਕਾਸਟਸ ਹੈਗੀਆਂ, ਠੀਕ ਹੈ। ਇੱਦਾਂ ਡਿਵਾਈਡ ਸੀਗਾ ਇਸ ਪੀਰੀਅਡ ਦੇ ਵਿੱਚ। ਓਕੇ ਸਟੂਡੈਂਟਸ, ਇਸ ਤੋਂ ਬਾਅਦ ਆਪਾਂ ਰੀਡ ਕਰਦੇ ਹਾਂ ਕਿ ਬ੍ਰਾਹਮਣਸ ਵਰ ਗਿਵਨ ਸਪੈਸ਼ਲ ਰਿਸਪੈਕਟ ਇਨ ਦੀ ਸੋਸਾਇਟੀ ਬਿਕੋਜ਼ ਦੇ ਪਰਫੋਰਮਡ ਰਿਲੀਜੀਅਸ ਸੈਰੇਮਨੀਜ਼। ਦੇਖੋ ਬੇਟਾ ਜੋ ਬ੍ਰਾਹਮਣਸ ਹੁੰਦੇ ਸੀਗੇ ਉਹਨਾਂ ਨੂੰ ਕੀ ਆ ਬਹੁਤ ਆਦਰ ਦਿੱਤਾ ਜਾਂਦਾ ਸੀਗਾ ਸਮਾਜ ਵਿੱਚ, ਠੀਕ ਹੈ। ਕਿਉਂ ਦਿੱਤਾ ਜਾਂਦਾ ਸੀ ਆਦਰ? ਕਿਉਂਕਿ ਉਹ ਧਾਰਮਿਕ ਰਸਮਾਂ ਨੂੰ ਪੂਰਾ ਕਰਦੇ ਸੀਗੇ ਅਤੇ ਲੋਕਾਂ ਦੇ ਜੋ ਮਤਲਬ ਕਿ ਦਿਮਾਗਾਂ ਦੇ ਵਿੱਚ ਇਹ ਗੱਲ ਭਰੀ ਹੋਈ ਸੀ ਕਿ ਜਿਹੜੇ ਬ੍ਰਾਹਮਣਸ ਆ ਮਤਲਬ ਕਿ ਉਹ ਧਾਰਮਿਕ ਜੋ ਪੂਜਾ ਪਾਠ ਕਰਦੇ ਉਹਨਾਂ ਨੂੰ ਵੱਧ ਸਤਿਕਾਰ ਦੇਣਾ ਚਾਹੀਦਾ, ਠੀਕ ਹੈ। ਇਸੇ ਤਰ੍ਹਾਂ ਇਸ ਔਨ ਦੀ ਟੂ ਅਦਰ ਹੈਂਡ ਉਹ ਜੋ ਸ਼ੂਦਰ ਲੋਕ ਹੁੰਦੇ ਸੀਗੇ ਜੋ ਇਹਨਾਂ ਤਿੰਨੇ ਜਾਤਾਂ ਦੀ ਸੇਵਾ ਕਰਦੇ ਸੀ ਉਹਨਾਂ ਨੂੰ ਕੀ ਆ ਉਹਨਾਂ ਨਾਲ ਚੰਗਾ ਬਿਹੇਵੀਅਰ ਨਹੀਂ ਕੀਤਾ ਜਾਂਦਾ ਸੀ ਸੁਸਾਇਟੀ ਦੇ ਵਿੱਚ। ਦੀ ਕਿੰਗ ਐਂਡ ਦੀ ਸੋਲਜਰ ਯੂਜ਼ ਟੂ ਬੀ ਆ ਕਸ਼ਤਰੀਅਸ। ਦੇਖੋ ਬੇਟਾ ਜੋ ਕਸ਼ਤਰੀ ਲੋਕ ਹੁੰਦੇ ਸੀਗੇ, ਠੀਕ ਹੈ, ਰਾਜਾ ਅਤੇ ਸਿਪਾਹੀ ਬਣਦੇ ਸੀਗੇ ਅਤੇ ਯੁੱਧ ਵਿੱਚ ਭਾਗ ਲੈਂਦੇ ਸੀਗੇ, ਠੀਕ ਹੈ। ਦੀ ਵੈਸ਼ਿਆ ਡਿਡ ਬਿਜ਼ਨਸ। ਜੋ ਵੈਸ਼ਿਆ ਹੁੰਦੇ ਸੀਗੇ ਉਹ ਕੀ ਆ ਵਪਾਰ ਕਰਦੇ ਸੀ, ਬਿਜ਼ਨਸ ਕਰਦੇ ਸੀਗੇ, ਠੀਕ ਹੈ। ਛੋਟੇ ਛੋਟੇ ਵਪਾਰੀ ਹੁੰਦੇ ਸੀਗੇ ਉਹ ਆਪਣੇ ਬਿਜ਼ਨਸ ਨੂੰ ਵਧੀਆ ਢੰਗ ਨਾਲ ਕਰਦੇ ਸੀਗੇ, ਠੀਕ ਹੈ ਬੇਟਾ, ਅਤੇ ਉਹ ਤੋਂ ਜੋ ਅਰਨਿੰਗ ਹੁੰਦੀ ਸੀਗੀ ਉਹਦੇ ਨਾਲ ਕੀ ਆ ਗੁਜ਼ਾਰਾ ਕਰਦੇ ਸੀਗੇ। ਜੋ ਐਂਡ 'ਤੇ ਆਪਣੇ ਕੋਲ ਕਾਸਟ ਹੈਗੀ ਆ ਸ਼ੂਦਰਾ। ਦੀ ਸ਼ੂਦਰਾ ਵਰ ਇਲੀ ਟਰੀਟਡ ਇਨ ਦੀ ਸੁਸਾਇਟੀ। ਜੋ ਸ਼ੂਦਰ ਲੋਕ ਹੁੰਦੇ ਸੀਗੇ ਉਹਨਾਂ ਨਾਲ ਬਹੁਤ ਬੁਰਾ ਕੀ ਆ ਵਰਤਾਓ ਕੀਤਾ ਜਾਂਦਾ ਸੀ ਸਮਾਜ ਦੇ ਵਿੱਚ। ਫੋਰ ਐਗਜ਼ਾਮਪਲ ਆਪਾਂ 8th ਕਲਾਸ ਦੇ ਵਿੱਚ ਰੀਡ ਕਰਾਂਗੇ ਇਸ ਦੇ ਰਿਗਾਰਡਿੰਗ ਕਿ ਬੇਟਾ ਉਹਨਾਂ ਨਾਲ ਮਤਲਬ ਕਿ ਉਹਨਾਂ ਨੂੰ ਕੀ ਆ ਟੈਂਪਲਸ ਦੇ ਵਿੱਚ ਕੀ ਐਂਟਰ ਨਹੀਂ ਕਰਨ ਦਿੱਤਾ ਜਾਂਦਾ ਸੀਗਾ ਐਂਡ ਉਹਨਾਂ ਨਾਲ ਬਹੁਤ ਸਾਰਾ ਡਿਸਕ੍ਰੀਮੀਨੇਸ਼ਨ ਕੀਤਾ ਜਾਂਦਾ ਸੀ ਲਾਈਕ ਐਜ਼ ਏ ਮਤਲਬ ਕਿ ਉਹਨਾਂ ਨੂੰ ਟੱਚ ਨਹੀਂ ਕੀਤਾ ਜਾਂਦਾ ਸੀਗਾ
ਐਂਡ ਉਹਨਾਂ ਨੂੰ ਪਾਣੀ ਨਹੀਂ ਭਰਨ ਦਿੱਤਾ ਜਾਂਦਾ ਸੀਗਾ, ਠੀਕ ਆ। ਜੋ ਟਿਊਬਵੈੱਲ ਹੁੰਦੇ ਸੀਗੇ ਜਾਂ ਖੂਹ ਹੁੰਦੇ ਸੀ, ਉਹਨਾਂ ਤੋਂ ਪਾਣੀ ਨਹੀਂ ਬਿਲਕੁਲ ਵੀ ਭਰ ਸਕਦੇ ਸੀ ਉਹ। ਓਕੇ ਸਟੂਡੈਂਟਸ, ਤਾਂ ਇੰਨਾ ਡਿਸਕ੍ਰਿਮੀਨੇਸ਼ਨ ਸੀਗਾ। ਬਟ ਮੈਂ ਤੁਹਾਨੂੰ ਇੱਥੇ ਕੁਛ ਕਹਿਣਾ ਚਾਹੁੰਦਾ ਬੇਟਾ ਕਿ ਆਪਾਂ ਨੂੰ ਕਾਸਟ ਸਿਸਟਮ ਵਿੱਚ ਕਦੇ ਬਿਲੀਵ ਨਹੀਂ ਰੱਖਣਾ ਚਾਹੀਦਾ। ਸਾਰੇ ਪੀਪਲ ਕੀ ਆ, ਇਕੁਅਲ ਆ। ਆਪਾਂ ਨੂੰ ਸਾਰਿਆਂ ਨਾਲ ਇਕੁਅਲ ਬਿਹੇਵੀਅਰ ਕਰਨਾ ਚਾਹੀਦਾ, ਠੀਕ ਆ। ਐਂਡ ਕਦੇ ਵੀ ਇਹ ਦਿਮਾਗ ਦੇ ਵਿੱਚ ਨਹੀਂ ਲਿਆਉਣਾ ਚਾਹੀਦਾ ਕਿ ਸੁਸਾਇਟੀ ਦੇ ਵਿੱਚ ਕਾਸਟ ਸਿਸਟਮ ਹੈ, ਠੀਕ ਹੈ। ਔਰ ਇਹਨੂੰ ਆਪਾਂ ਤੋੜਨਾ। ਓਕੇ ਸਟੂਡੈਂਟਸ, ਨੈਕਸਟ ਆਪਾਂ ਦੇਖਦੇ ਹਾਂ। ਵੂਮੈਨ ਵਰ ਗਿਵਨ ਸਪੈਸ਼ਲ ਰਿਸਪੈਕਟ ਇਨ ਦੀ ਸੁਸਾਇਟੀ ਡਿਊਰਿੰਗ ਦੀ ਅਰਲੀ ਮੀਡੀਵਲ ਪੀਰੀਅਡ ਲਾਈਕ ਨਾਓ ਡੇਜ਼। ਦੇਖੋ ਵੂਮੈਨਸ ਹੁੰਦੀਆਂ ਸੀ ਬੇਟਾ, ਉਹਨਾਂ ਨੂੰ ਕੀ ਆ ਕਿ ਖਾਸ ਸਤਿਕਾਰ ਦਿੱਤਾ ਜਾਂਦਾ ਸੀਗਾ ਅੱਜ ਦੀ ਤਰ੍ਹਾਂ। ਉਹਨਾਂ ਨੂੰ ਕੀ ਆ, ਹਾਈ ਐਜੂਕੇਸ਼ਨ ਦਿੱਤੀ ਜਾਂਦੀ ਸੀ। ਦੇ ਵਰ ਗਿਵਨ ਹਾਈ ਐਜੂਕੇਸ਼ਨ, ਦੇ ਟੁੱਕ ਪਾਰਟ ਇਨ ਦੀ ਸੁਸਾਇਟੀ, ਦੇ ਟੁੱਕ ਪਾਰਟ ਇਨ ਦੀ ਸੋਸ਼ਲ ਐਂਡ ਰਿਲੀਜੀਅਸ ਸੈਰੇਮਨੀਜ਼। ਬੇਟਾ ਉਹ ਦੇਖੋ, ਉਹ ਸਮਾਜ ਦੇ ਸਮਾਜਿਕ ਅਤੇ ਧਾਰਮਿਕ ਜਿਹੜੇ ਰਸਮ ਰਿਵਾਜ਼ ਹੁੰਦੇ ਸੀ ਉਹਨਾਂ ਵਿੱਚ ਕੀ ਆ, ਉਹ ਹਿੱਸਾ ਲੈਂਦੀਆਂ ਸੀਗੀਆਂ। ਓਕੇ, ਦੇ ਹੈਡ ਫਰੀਡਮ ਟੂ ਚੂਜ਼ ਦੇਅਰ ਹਸਬੈਂਡ। ਉਹਨਾਂ ਨੂੰ ਕੀ ਪੂਰੀ ਫਰੀਡਮ ਸੀ, ਉਹ ਆਪਣੀ ਮਰਜ਼ੀ ਦੇ ਅਨੁਸਾਰ ਕੀ ਆਪਣਾ ਪਤੀ ਨੂੰ ਚੁਣ ਸਕਦੀਆਂ ਸੀ। ਜੋ ਵੀ ਉਹਨਾਂ ਦਾ ਹਸਬੈਂਡ ਹੁੰਦਾ ਸੀਗਾ, ਕਿਸੇ ਨੂੰ ਵੀ ਚੁਣ ਸਕਦੀਆਂ ਸੀ, ਠੀਕ ਹੈ। ਉਹਨਾਂ ਨੂੰ ਇੰਨੀ ਫਰੀਡਮ ਸੀਗੀ ਇਸ ਪੀਰੀਅਡ ਦੇ ਵਿੱਚ। ਇਸ ਤੋਂ ਬਾਅਦ ਰਿਲੀਜ਼ਨ, ਰਿਲੀਜ਼ਨ ਮੀਨਸ ਧਰਮ, ਠੀਕ ਹੈ। ਹੁਣ ਦੇਖੋ ਬੇਟਾ, ਇਸ ਪੀਰੀਅਡ ਦੇ ਵਿੱਚ ਕਿਹੜੇ ਕਿਹੜੇ ਰਿਲੀਜ਼ਨ ਸੀਗੇ, ਠੀਕ ਹੈ। ਸੋ ਆਪਾਂ ਸਟਾਰਟ ਕਰਦੇ ਹਾਂ। ਜੈਨਿਜ਼ਮ, ਬੁੱਧਿਜ਼ਮ ਐਂਡ ਹਿੰਦੂਇਜ਼ਮ ਵਰ ਦੀ ਮੇਨ ਰਿਲੀਜ਼ਨਸ ਦੈਟ ਫਲੋਰਿਸ਼ਡ ਡਿਊਰਿੰਗ ਦੀ ਅਰਲੀ ਮੈਡੀਵਲ ਪੀਰੀਅਡ। ਦੇਖੋ ਬੇਟਾ, ਮੱਧਕਾਲੀਨ ਜਿਹੜਾ ਕਾਲ ਸੀਗਾ ਉਸ ਦੇ ਵਿੱਚ ਪ੍ਰਫੁੱਲਤ ਕਿਹੜੇ ਕਿਹੜੇ ਧਰਮ ਹੋਏ? ਜੈਨ ਧਰਮ, ਬੁੱਧ ਧਰਮ ਐਂਡ ਹਿੰਦੂ ਧਰਮ, ਠੀਕ ਹੈ। ਜਿਹਨੂੰ ਆਪਾਂ ਜੈਨਿਜ਼ਮ, ਬੁੱਧਿਜ਼ਮ ਐਂਡ ਹਿੰਦੂਇਜ਼ਮ ਦੇ ਨਾਂ ਨਾਲ ਜਾਣਦੇ ਹਾਂ। ਓਕੇ ਸਟੂਡੈਂਟਸ, ਤਾਂ ਇਹ ਧਰਮ ਕੀ ਇੱਥੇ ਪ੍ਰਫੁੱਲਤ ਹੋਏ। ਓਕੇ, ਬਟ ਦੀ ਰਾਜਪੂਤ ਵਰ ਫੋਲੋਵਰ ਆਫ ਹਿੰਦੂਇਜ਼ਮ। ਇਸ ਦੇ ਦੇਖੋ ਬੇਟਾ, ਹੁਣ ਰਾਜਪੂਤ ਜਿਹੜੇ ਹਿੰਦੂ ਧਰਮ ਦੇ ਅਨੁਜਾਈ ਸੀਗੇ। ਫੋਲੋਵਰ ਹੁੰਦਾ ਅਨੁਜਾਈ, ਮੀਨਸ ਕਿ ਰਾਜਪੂਤ ਕੀ ਹਿੰਦੂ ਧਰਮ ਨੂੰ ਕੀ ਆ, ਕਾਫੀ ਜ਼ਿਆਦਾ ਕੱਟੜਤਾ ਦੇ ਨਾਲ ਮੰਨਦੇ ਸੀਗੇ, ਠੀਕ ਹੈ। ਉਹਦੇ ਅਨੁਜਾਈ ਸੀਗੇ। ਤਾਂ ਸੋ ਦਿਸ ਰਿਲੀਜ਼ਨ ਮੇਡ ਗ੍ਰੇਟ ਪ੍ਰੋਗਰੈਸ ਅੰਡਰ ਦੈਮ। ਤਾਂ ਜਿਹੜਾ ਮਤਲਬ ਕਿ ਹਿੰਦੂਇਜ਼ਮ ਸੀਗਾ, ਇਹ ਇਹਨਾਂ ਰਾਜਪੂਤਾਂ ਦੇ ਅੰਡਰ ਕੀ ਨੇ ਬਹੁਤ ਜ਼ਿਆਦਾ ਪ੍ਰੋਗਰੈਸ ਕੀਤੀ, ਠੀਕ ਹੈ। ਇਹਨਾਂ ਦੇ ਅੰਡਰ ਅੱਗੇ ਆਇਆ ਔਰ ਲੋਕ ਕਾਫੀ ਜ਼ਿਆਦਾ ਲੋਕਾਂ ਨੇ ਅਡੋਪਟ ਕੀਤਾ, ਠੀਕ ਹੈ, ਹਿੰਦੂ ਰਿਲੀਜਨ ਨੂੰ। ਦੀ ਸ਼ਿਵਾ ਐਂਡ ਵੈਸ਼ਨਵ ਸੈਕਟ ਵਰ ਪਾਪੂਲਰ ਇਨ ਦੀ ਨਾਰਥ ਇੰਡੀਆ ਇਨ ਦਿਸ ਟਾਈਮ। ਤਾਂ ਇਸ ਤੋਂ ਬਾਅਦ ਆਪਾਂ ਵੇਖਦੇ ਬੇਟਾ ਕਿ ਭਾਰਤ ਵਿੱਚ ਸ਼ੈਵ ਅਤੇ ਵੈਸ਼ਨਵ ਜਿਹੜਾ ਮਤ ਸੀਗਾ ਉਹ ਕਾਫੀ ਜ਼ਿਆਦਾ ਪਾਪੂਲਰ ਹੋ ਗਿਆ ਸੀ, ਠੀਕ ਹੈ ਬੇਟਾ। ਸੋ ਦੀ ਪੀਪਲ ਵਰਸ਼ਿਪ ਵਿਸ਼ਨੂੰ, ਸ਼ਿਵਾ ਐਂਡ ਸ਼ਕਤੀ ਐਕਸੈਕਟਰਾ। ਦੀ ਆਲਸੋ ਵਰਸ਼ਿਪ 10 ਇਨਕਾਰਨੇਸ਼ਨ ਆਫ ਵਿਸ਼ਨੂੰ। ਦੇਖੋ ਬੇਟਾ, ਜਿਹੜੇ ਪੀਪਲ ਸੀਗੇ ਉਹ ਕੀ ਉਹਨਾਂ ਨੇ ਵਰਸ਼ਿਪ ਕਰਨੀ ਸਟਾਰਟ ਕਰਤੀ, ਭਗਤੀ ਮੂਵਮੈਂਟ, ਠੀਕ ਹੈ। ਐਂਡ ਸ਼ਕਤੀ, ਵਿਸ਼ਨੂੰ, ਸ਼ਿਵਾ, ਸ਼ਕਤੀ ਆਦਿ ਦੀ ਪੂਜਾ ਕਰਨੀ ਸਟਾਰਟ ਕਰਤੀ ਉਹਨਾਂ ਨੇ। ਇਹ ਅਵਤਾਰ ਸੀਗੇ ਜਿਹੜੇ 10 ਅਵਤਾਰਾਂ ਦੀ ਕੀ ਉਹਨਾਂ ਨੇ ਪੂਜਾ ਕੀਤੀ, ਠੀਕ ਹੈ। ਸੁਸਾਇਟੀ ਦੇ ਵਿੱਚ ਜਦੋਂ ਮਤਲਬ ਕਿ ਆਪਣੇ ਰਿਲੀਜੀਅਸ ਨੂੰ ਜਦੋਂ ਉਹਨਾਂ ਨੇ ਅਡੋਪਟ ਕੀਤਾ ਤਾਂ ਉਹਨਾਂ ਨੇ ਪੂਜਾ ਕਰਨੀ ਸਟਾਰਟ ਕਰਤੀ। ਨੈਕਸਟ ਬੇਟਾ ਆਪਾਂ ਦੇਖਦੇ ਹਾਂ ਇਕਨੋਮੀ। ਇਕਨੋਮੀ ਹੁੰਦੀ ਆ ਆਰਥਿਕ ਸਥਿਤੀ, ਜਿਹੜੀ ਆਰਥਿਕ ਵਿਵਸਥਾ, ਠੀਕ ਹੈ, ਆਰਥਿਕ ਦਸ਼ਾ। ਆਰਥਿਕ ਵਿਵਸਥਾ, ਠੀਕ ਹੈ, ਇਹਦੇ ਬਾਰੇ ਆਪਾਂ ਰੀਡ ਕਰਾਂਗੇ। ਐਗਰੀਕਲਚਰ ਵਾਜ ਦੀ ਮੇਨ ਆਕੂਪੇਸ਼ਨ ਆਫ ਦੀ ਪੀਪਲ ਇਨ ਦੀ ਮੈਡੀਵਲ ਪੀਰੀਅਡ। ਦੇਖੋ ਬੇਟਾ, ਐਗਰੀਕਲਚਰ ਕੀ ਸੀਗਾ ਕਿ ਮੱਧਕਾਲੀਨ ਜਿਹੜੇ ਯੁੱਗ ਦੇ ਲੋਕ ਸੀਗੇ ਉਹਨਾਂ ਦਾ ਮੁੱਖ ਕਿੱਤਾ ਕੀ ਸੀ? ਐਗਰੀਕਲਚਰ ਸੀਗਾ, ਠੀਕ ਹੈ। ਖੇਤੀਬਾੜੀ ਦਾ ਧੰਦਾ ਕਰਦੇ ਸੀਗੇ। ਆਕੂਪੇਸ਼ਨ ਹੁੰਦਾ ਵਾ ਕਿੱਤਾ ਕਰਨਾ, ਠੀਕ ਹੈ। ਕੀ ਕਰਨਾ? ਕਿੱਤਾ ਕਰਨਾ। ਉਹ ਕੀ ਆ? ਐਗਰੀਕਲਚਰ, ਖੇਤੀ ਕਰਦੇ ਸੀਗੇ। ਟ੍ਰੇਡ ਐਂਡ ਕਮਰਸ ਫਲੋਰਿਸ਼ਡ ਡਿਊਰਿੰਗ ਦੀ ਮੈਡੀਵਲ ਪੀਰੀਅਡ। ਦੇਖੋ ਬੇਟਾ, ਉਸ ਟਾਈਮ ਕੀ ਹੋਇਆ ਸੀਗਾ ਕਿ ਵਪਾਰ ਅਤੇ ਵਣਜ ਦਾ ਬਹੁਤ ਵਿਕਾਸ ਹੋਇਆ ਮੈਡੀਵਲ ਪੀਰੀਅਡ ਦੇ ਵਿੱਚ। ਇੰਡੀਆ ਐਕਸਪੋਰਟਡ ਪ੍ਰੀਸੀਅਸ ਸਟੋਨ, ਸਪੈਸਿਸ, ਸਕਿਲ, ਵੂਲਨ ਐਂਡ ਕਾਟਨ ਕਲੌਥ,
सैडल sandalwood, vegetables and coconut, etc. While India imported dates, wine, horses, etc. from Central and Western Asia. Means ਕਿ ਇਸ ਲਈ ਭਾਰਤ ਬਾਹਰਲੇ ਦੇਸ਼ਾਂ ਵਿੱਚ ਕੀਮਤੀ ਪੱਥਰ, ਮਸਾਲੇ, ਸਿਲਕ, ਉਨੀ ਜਿਹੜਾ ਮਤਲਬ ਕਿ ਸਿਲਕ ਅਤੇ ਉੱਨ ਅਤੇ ਸੂਤੀ ਕੱਪੜੇ ਉੱਥੇ ਭੇਜਣੇ ਸਟਾਰਟ ਕਰਤੇ ਉਹਨਾਂ ਨੇ, ਠੀਕ ਆ। ਐਂਡ ਉਹਨਾਂ ਤੋਂ ਸਮਾਨ ਲੈਣਾ ਸਟਾਰਟ ਕਰਤਾ ਅਤੇ ਉਹਨਾਂ ਨੂੰ ਦੇਣਾ ਸਮਾਨ ਸਟਾਰਟ ਕਰਤਾ, ਟਰੇਡ ਕਰਨਾ ਸ਼ੁਰੂ ਕਰਤਾ ਉਹਨਾਂ ਨੇ ਬੇਟਾ, ਠੀਕ ਆ। ਅਤੇ ਇਸ ਨਾਲ ਕੀ ਹੋਇਆ ਕਿ ਵਪਾਰ ਵਿੱਚ ਕਾਫੀ ਵਾਧਾ ਹੋਇਆ, ਜਦ ਕਿ ਮੱਧ ਏਸ਼ੀਆ ਤੋਂ ਭਾਰਤ ਵਿੱਚ ਖੰਜੂਰਾਂ, ਸ਼ਰਾਬ ਅਤੇ ਘੋੜੇ ਆਦਿ ਮੰਗਵਾਏ ਗਏ, ਠੀਕ ਆ। ਉਹਨਾਂ ਨੇ ਮੱਧ ਏਸ਼ੀਆ ਤੋਂ ਭਾਰਤ ਵਿੱਚ ਕੀ ਮੰਗਾਇਆ, ਡੇਟਸ ਐਂਡ ਵਾਈਨ ਐਂਡ ਹੌਰਸਸ, ਠੀਕ ਹੈ। ਉਹਨਾਂ ਨੇ ਘੋੜੇ ਮੰਗਵਾਏ ਮੱਧ ਏਸ਼ੀਆ ਤੋਂ, ਠੀਕ ਹੈ। ਇਹ ਬੇਟਾ ਆਪਣਾ ਸੀਗਾ ਜੋ ਆਪਾਂ ਲੈਸਨ ਰੀਡ ਕਰ ਰਹੇ ਸੀਗੇ, ਨਿਊ ਕਿੰਗਸ ਐਂਡ ਕਿੰਗਡਮਸ। ਇਸ ਪੀਰੀਅਡ ਦੀ ਸੋਸਾਇਟੀ, ਰਿਲੀਜਨ ਐਂਡ ਇਕਨੋਮਿਕ ਕੰਡੀਸ਼ਨ ਨੂੰ ਆਪਾਂ ਰੀਡ ਕੀਤਾ, ਠੀਕ ਹੈ ਬੇਟਾ। ਸੋ ਆਈ ਹੋਪ ਕਿ ਤੁਸੀਂ ਚੰਗੀ ਤਰ੍ਹਾਂ ਇਸ ਨੂੰ ਅੰਡਰਸਟੈਂਡ ਕੀਤਾ ਹੋਵੇਗਾ। ਔਰ ਬੇਟਾ ਜੇਕਰ ਕਿਸੇ ਬੱਚੇ ਨੂੰ ਕੋਈ ਵੀ ਪ੍ਰੋਬਲਮ ਹੋਈ ਤਾਂ ਮੇਰੇ ਨਾਲ ਡਿਸਕਸ ਕਰ ਸਕਦੇ ਹਾਂ। ਓਕੇ ਬੇਟਾ, ਥੈਂਕ ਯੂ।